ਵਾਹਿਗੁਰੂ 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 ਵਾਹਿਗੁਰੂ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ, ਜੋ ਮਨੁੱਖਤਾ ਦੇ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਦੇ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ, ਆਓ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 709 ਤੇ ਸੁਭਾਇਮਾਨ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਾਰ ਜੈਤਸਰੀ ਦੀ ਵਾਰ, ਉਸ ਦੇ ਵਿੱਚੋਂ 17ਵੀਂ ਪੌੜੀ ਦੇ ਅੰਦਰੋਂ ਹੁਕਮ ਆਇਆ ਹੈ। ਸ਼ਲੋਕ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨੇ, ਜੋ ਹਜੂਰ ਸਾਨੂੰ ਸਮਝਾਉਂਦੇ ਨੇ। ਆਓ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ। ਜਿਹੜੇ ਸੰਤ ਜਨ ਨੇ ਉਹ ਉਧਰ ਜਾਂਦੇ ਨੇ, ਬਚ ਜਾਂਦੇ ਨੇ ਵਿਕਾਰਾਂ ਦੀ ਤਪਸ਼ ਤੋਂ। ਬਚਦੇ ਕਿਵੇਂ ਨੇ? ਕਿਉਂਕਿ ਉਹਨਾਂ ਨੂੰ ਆਸਰਾ ਹੈ ਗੋਪਾਲ ਦੇ ਕੀਰਤਨ ਦਾ, ਪ੍ਰਭੂ ਦੀ ਸਿਫਤ ਸਲਾਹਤਾ ਦਾ। ਸਾਰੇ ਸੰਸਾਰ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ ਸੰਗਤ ਜੀ। ਕੋਈ ਕਾਮ ਵਿੱਚ, ਕੋਈ ਕ੍ਰੋਧ ਵਿੱਚ,
ਕੋਈ ਈਰਖਾ ਵਿੱਚ ਸੜ ਰਿਹਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸੰਸਾਰ ਤੇ ਝਾਤ ਮਾਰੀ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰਾ ਸੰਸਾਰ ਸੜਦਾ ਹੋਇਆ ਦਿਖਾਈ ਦਿੱਤਾ। ਕੋਈ ਈਰਖਾ ਵਿੱਚ ਸੜ ਰਿਹਾ ਸੀ, ਕੋਈ ਕ੍ਰੋਧ ਵਿੱਚ, ਕੋਈ ਨਿੰਦਿਆ ਵਿੱਚ, ਕੋਈ ਜਾਤ ਪਾਤ ਦੇ ਵਿਤਕਰੇ ਵਿੱਚ, ਕੋਈ ਸੁੱਚ ਭਿੱਟ ਦੇ ਅੰਦਰ ਬੜੇ ਤਰ੍ਹਾਂ ਦੀ ਅੱਗ ਲੱਗੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦਇਆ ਆਈ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਜੀ ਚੱਲ ਪਏ ਕਿ ਲੋਕਾਂ ਨੂੰ ਠੰਡੇ ਸਹੀ ਮਾਰਗ ਤੇ ਪਾਉਣਾ, ਸਿੱਧੇ ਮਾਰਗ ਤੇ ਪਾਉਣਾ। ਉਹਨਾਂ ਨੇ ਫਿਰ ਉਧਾਰ ਕਿਵੇਂ ਕੀਤਾ ਸੰਸਾਰ ਦਾ? ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ। ਉੱਥੇ ਵੀ ਸਮਝਾਉਂਦੇ ਨੇ ਕਿ ਤਿਤ ਸਰਵੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਉਸ ਭਿਆਨਕ ਤਲਾਬ ਦੇ ਵਿੱਚ ਮਨੁੱਖ ਦਾ ਵਾਸਾ ਹੈ ਤੇ ਉਸ ਤਲਾਬ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਸੰਗਤ ਜੀ, ਬਾਬਾ ਨਾਨਕ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬੀਅਲੇ। ਹਜ਼ੂਰ ਕਹਿੰਦੇ, ਮੈਂ ਦੇਖਿਆ ਕਿ ਕਈ ਮਨੁੱਖ ਇਸ ਅੱਗ ਦੇ ਸਾਗਰ ਵਿੱਚ ਡੁੱਬ ਗਏ ਆ। ਹਜ਼ੂਰ ਨੇ ਕੇਵਲ ਸਮਾਂ, ਸੰਗਤ ਜੀ, ਗੁਰੂ ਨਾਨਕ ਦੇਵ ਜੀ ਨੇ ਕੇਵਲ ਪ੍ਰੋਬਲਮ ਨਹੀਂ ਦੱਸੀ, ਉਹਦਾ ਸਮਾਧਾਨ ਵੀ ਦੱਸਿਆ, ਉਹਦਾ ਹੱਲ ਵੀ ਦੱਸਿਆ। ਸੱਚੇ ਪਾਤਸ਼ਾਹ ਜੀ ਕੀ ਦੱਸਦੇ? ਹੱਲ ਦੱਸਦੇ ਨੇ ਕਿ ਮਨ ਏਕ ਨਾ ਚੇਤਸ, ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਐ ਮੇਰੇ ਮੂਰਖ ਮਨਾ, ਤੂੰ ਪਰਮਾਤਮਾ ਦਾ ਆਸਰਾ ਕਿਉਂ ਨਹੀਂ ਲੈਂਦਾ? ਤੂੰ ਸਿਮਰਨ ਕਿਉਂ ਨਹੀਂ ਕਰਦਾ? ਤੂੰ ਪ੍ਰਭੂ ਦੀ ਕੀਰਤੀ ਕਿਉਂ ਨਹੀਂ ਕਰਦਾ? ਜੇ ਕੀਰਤੀ ਕਰੇਗਾ ਇਸ ਤਪਸ਼ ਤੋਂ ਬਚ ਜਾਏਗਾ। ਜੇ ਮੁਖ ਤੋਂ ਜਪੇਗਾ ਵਾਹਿਗੁਰੂ 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 ਵਾਹਿਗੁਰੂ, ਤੂੰ ਇਸ ਵਿਕਾਰਾਂ ਦੀ ਤਪਸ਼ ਤੋਂ ਬਚ ਜਾਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ, ਸੰਤ ਉਦਾਹਰਨ ਦਇਆਲੰ ਆਸਰੰ ਗੋਪਾਲ ਕੀਰਤਨੈ। ਉਹਨਾਂ ਨੂੰ ਗੋਪਾਲ ਦੇ ਕੀਰਤਨ ਦਾ, ਪ੍ਰਭੂ ਦੀ ਸਿਫਤ ਸਲਾਹਤਾ ਦਾ ਆਸਰਾ ਹੈ। ਉਹ ਵਿਕਾਰਾਂ ਦੇ ਸਮੁੰਦਰ ਤੋਂ, ਤਪਸ਼ ਤੋਂ ਬਚ ਜਾਂਦੇ ਆ। ਗਿਆਨੀ ਗਿਆਨ ਸਿੰਘ ਜੀ ਨੇ ਇੱਕ ਦੋਹਰਾ ਲਿਖਿਆ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਉਹ ਵਾਹਿਗੁਰੂ ਦੇ ਨਾਮ ਵਿੱਚ ਦੇ ਜਹਾਜ਼ ਵਿੱਚ ਚੜ ਕੇ ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ। ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਰ ਹੈ। ਸੰਤਾਂ ਦੀ ਸੰਗਤ ਮਨੁੱਖ ਦੇ ਜੀਵਨ ਨੂੰ ਨਿਰਮਲ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਸੰਗਤ ਜੀ, ਜਦੋਂ ਅਸੀਂ ਭਲੇ ਪੁਰਸ਼ਾਂ ਦੀ ਸੰਗਤ ਕਰਦੇ ਹਾਂ, ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਤੇ ਸਾਡਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ। ਜਦੋਂ ਅਸੀਂ ਗੁਰਬਾਣੀ ਦੀ ਸੰਗਤ ਕਰਾਂਗੇ ਤੇ ਹਜੂਰ ਐਸਾ ਸਾਨੂੰ ਸਬਕ ਪੜਾਉਣਗੇ ਕਿ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਇਹ ਸਤਿਗੁਰੂ ਜੀ ਸਾਨੂੰ ਜੀਵਨ ਦੀ ਜੁਗਤ ਸਮਝਾਉਂਦੇ ਆ। ਜਿਹੜੇ ਵੀ ਮਨੁੱਖ ਗੁਰਮੁਖਾਂ ਦੀ ਸੰਗਤ ਕਰਦੇ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ।
ਇਸੇ ਕਰਕੇ ਆਪਾਂ ਅਰਦਾਸ ਵਿੱਚ ਮੰਗ ਕਰਦੇ ਹਾਂ ਕਿ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਵਾਹਿਗੁਰੂ ਜੀ ਉਹਨਾਂ ਦੇ ਨਾਲ ਮਿਲਾਪ ਕਰਾਈ ਜਿਨ੍ਹਾਂ ਦੇ ਮਿਲਦਿਆਂ ਹੀ ਮੁਖ ਤੋਂ ਇਹ ਉਚਾਰਨ ਹੋਵੇ ਵਾਹਿਗੁਰੂ ਵਾਹਿਗੁਰੂ। ਉਸ ਪਰਮਾਤਮਾ ਦਾ ਨਾਮ ਚੇਤੇ ਵਿੱਚ ਆਵੇ। ਗੁਰੂ ਅਰਜਨ ਸਾਹਿਬ ਜੀ ਸ਼ਲੋਕ ਵਿੱਚ ਸਮਝਾ ਰਹੇ ਨੇ ਕਿ ਉਹਨਾਂ ਦੀ ਸੰਗਤ, ਸੰਤਾਂ ਦੀ ਸੰਗਤ ਮਨੁੱਖ ਦੇ ਜੀਵਨ ਨੂੰ ਨਿਰਮਲ ਕਰ ਦਿੰਦੀ ਹੈ। ਓਟ ਨਾਨਕ ਪਰਮੇਸ਼ਰ ਹੈ, ਐ ਗੁਰਮੁਖੋ ਐ ਗੁਰਸਿੱਖੋ। ਉਸ ਪਰਮਾਤਮਾ ਦੀ ਓਟ, ਉਸ ਦਾ ਆਸਰਾ ਪਕੜੋ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਦੇ ਵਿੱਚ ਜ਼ਿਕਰ ਕੀਤਾ ਜੀ ਚੰਦਨ ਦਾ। ਚੰਦਨ ਦਾ ਲੇਪ ਕਰਨ ਦੇ ਨਾਲ ਮਸਤਕ ਤੇ ਸਰੀਰ ਤੇ ਮੰਨਿਆ ਜਾਂਦਾ ਕਿ ਸਰੀਰ ਨੂੰ ਠੰਡ ਮਿਲਦੀ ਹੈ। ਚੰਦਰਮਾ ਦੀ ਚਾਨਣੀ ਵੀ ਆਪਾਂ ਵੇਖਦੇ ਹਾਂ ਠੰਡ ਦਿੰਦੀ ਹੈ। ਸਰਦੀ ਦਾ ਮੌਸਮ ਹੋਵੇ ਸੰਗਤ ਜੀ ਉਹ ਵੀ ਠੰਡ ਦਿੰਦਾ ਹੈ। ਇਹ ਠੰਡ ਦਿੰਦੇ ਨੇ ਸਾਰੇ ਬਹਿਰੂਨੀ ਬਾਹਰੀ, ਪਰ ਜਿਹੜੀ ਅੰਦਰ ਵਿਕਾਰਾਂ ਦੀ ਤਪਸ਼ ਹੈ ਉਹਨੂੰ ਨਾ ਤਾਂ ਚੰਦਰਮਾ ਠੰਡਾ ਕਰਦਾ ਹੈ ਨਾ ਚੰਦਨ ਠੰਡਾ ਕਰਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਕਿਉਂਕਿ ਵਿਕਾਰਾਂ ਦੀ ਤਪਸ਼ ਹੈ ਅੰਦਰ। ਸੰਗਤ ਜੀ ਸੁਣੋ, ਵੇਖੋ ਅੱਜ ਰੂਸ ਦੇਸ਼ ਹੈ, ਬਾਹਰੀ ਤੌਰ ਤੇ ਇੰਨਾ ਠੰਡਾ ਹੈ ਕਿ ਉੱਥੇ -35 ਡਿਗਰੀ ਟੈਂਪਰੇਚਰ ਹੈ ਰਸ਼ੀਆ ਦੇ ਵਿੱਚ। ਪਰ ਅੰਦਰ ਵਿਕਾਰਾਂ ਦੀ ਤਪਸ਼ ਇੰਨੀ ਹੈ ਕਿ ਉਹਨੇ ਹਮਲਾ ਕੀਤਾ ਯੂਕਰੇਨ ਤੇ ਯੂਕਰੇਨ ਦੇਸ਼ ਦੇ ਉੱਪਰ ਹਮਲਾ ਕਰਨ ਵਾਲਾ ਜਿੱਥੇ -30 ਡਿਗਰੀ ਟੈਂਪਰੇਚਰ ਰਹਿੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਸ਼ਲੋਕ ਸਮੁੱਚੀ ਮਾਨਵਤਾ ਨੂੰ ਕੀ ਸਮਝਾਉਂਦਾ ਕਿ ਜਿਹੜੀ ਚੰਦਰਮਾ ਦੀ ਚਾਨਣੀ ਹੈ, ਸਿਆਲ ਦੀ ਰੁੱਤ ਹੈ, ਠੰਡ ਦੀ ਰੁੱਤ ਹੈ, ਚੰਦਨ ਹੈ, ਇਹ ਅੰਦਰ ਦੇ ਵਿਕਾਰਾਂ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਵਿਕਾਰਾਂ ਦੀ ਤਪਸ਼ ਨੂੰ ਕੌਣ ਮਿਟਾਵੇਗਾ? ਆਓ ਸਰਵਣ ਕਰੀਏ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਜਦੋਂ ਅਸੀਂ ਨਾਮ ਜਪਦੇ ਹਾਂ ਤੇ ਸੀਤਲ ਹੋ ਜਾਂਦੇ ਆ, ਠੰਡੇ ਹੋ ਜਾਂਦੇ ਆ। ਸੰਗਤ ਜੀ ਜਿਹੜੇ ਨਾਮ ਜਪਦੇ ਨੇ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਸੰਸਾਰ ਦੇ ਵਿੱਚ ਤੇ ਰਸ਼ੀਆ ਨੇ ਹਮਲਾ ਕਰ ਦਿੱਤਾ ਯੂਕਰੇਨ ਤੇ ਜਿਹੜੀਆਂ ਨਾਮ ਜਪਣ ਵਾਲੀਆਂ ਆਤਮਾ ਸਨ ਉਹ ਪਹੁੰਚ ਗਈਆਂ ਵਰਸ਼ਾ ਗੁਰਦੁਆਰੇ ਦੇ ਵਿੱਚ। ਇੱਕ ਪਾਸੇ ਲੋਕਾਈ ਨੂੰ ਬੰਬਾਂ ਨਾਲ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਇੱਕ ਪਾਸੇ ਜਿਹੜੇ ਨਾਮ ਜਪਣ ਵਾਲੇ ਨੇ, ਜਿਹੜੇ ਰੋਜ਼ ਪੜ੍ਹਦੇ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਉਹਨਾਂ ਨੇ ਲੰਗਰ ਲਾ ਦਿੱਤੇ। ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਹੋਵੇਗੀ, ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਹੈ। ਗੁਰਸਿੱਖਾਂ ਨੂੰ ਇਸ ਗੱਲ ਦੀ ਚਿੰਤਾ ਹੈ, ਸਿਮਰਨ ਕਰਨ ਵਾਲਿਆਂ ਨੂੰ, ਕਿ ਕੋਈ ਭੁੱਖਾ ਨਾ ਰਹਿ ਜਾਵੇ। ਪੋਲੈਂਡ ਗੁਰਦੁਆਰਾ ਪੈਂਦਾ ਯੂਕਰੇਨ ਦੇ ਨੇੜੇ। ਸੰਗਤ ਜੀ ਗੁਰਦੁਆਰੇ ਦੇ ਦਰਵਾਜ਼ੇ ਖੋਲ ਦਿੱਤੇ ਗਏ ਕਿ ਆਓ ਤੁਹਾਨੂੰ ਰਹਿائش ਮਿਲੇਗੀ, ਤੁਹਾਨੂੰ ਲੰਗਰ ਮਿਲੇਗਾ। ਇਹ ਕਿੰਨਾਂ ਦੀ ਵਾਰਤਾ ਹੈ? ਜਿਨ੍ਹਾਂ ਨੇ ਗੁਰਬਾਣੀ ਤੋਂ ਸਿੱਖਿਆ ਲਈ ਕਿ ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਯੂਕਰੇਨ ਦੇ ਵਿੱਚ ਜਦੋਂ ਹਮਲਾ ਹੋਇਆ, ਆ ਹੁਣ ਦੀ ਗੱਲ ਹੈ ਸੰਗਤ ਜੀ, ਗੁਰਸਿੱਖਾਂ ਦੀ ਮੈਂ ਵਾਰਤਾ ਸੁਣਾਉਣ ਲੱਗਿਆ ਹਾਂ। ਪਿਛਲੇ 2-4 ਮਹੀਨੇ ਮੈਂ ਇੰਗਲੈਂਡ ਸਾਂ। ਜਿਹੜੇ ਵੀਰ ਯੂਕਰੇਨ ਤੋਂ ਪਹੁੰਚੇ ਇੰਗਲੈਂਡ ਦੇ ਅੰਦਰ, ਗੁਰਸਿੱਖ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਹੈ, ਬ੍ਰੈਡ ਹੈ, ਜੋ ਉਹਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਨੇ, ਲੈ ਕੇ ਪਹੁੰਚੇ ਨੇ। ਘਰਾਂ ਦੇ ਦਰਵਾਜ਼ੇ ਦੀਆਂ ਬੈਲਾਂ ਖੜਕਾਈਆਂ ਕਿ ਆਓ ਗੁਰੂ ਨਾਨਕ ਦਾ ਲੰਗਰ ਪ੍ਰਾਪਤ ਕਰ ਲਵੋ।
ਇਹ ਅੰਦਰ ਦੀ ਠੰਡ ਹੀ ਹੈ ਨਾ ਜੀ। ਹਿਰਦਾ ਠੰਡਾ ਹੋਇਆ ਨਾਮ ਜਪ ਜਪ ਕੇ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਮੈਨੂੰ ਯਾਦ ਆ ਗਿਆ ਕਿ ਕਰ ਕਿਰਪਾ ਦਿਓ ਮੋਹਿ ਨਾਮਾ, ਬੰਧਨ ਤੇ ਛੁਟਕਾਏ, ਮਨ ਤੇ ਬਿਸਰਿਓ ਸਗਲੋ ਧੰਦਾ, ਗੁਰ ਕੀ ਚਰਨੀ ਲਾਏ, ਸਾਧ ਸੰਗ ਚਿੰਤ ਬਰਾਨੀ ਛਾਡੀ। ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗਢਾ ਗਾਡੀ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਕੋ ਮੇਰਾ ਦੁਸ਼ਮਨ ਰਹਿਆ। ਨਾ ਹਮ ਕਿਸਕੇ ਬਹਿਰ ਆਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਜੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਿਹੜਾ ਨਾਮ ਜਪਣ ਵਾਲਾ ਹੈ ਉਹਨੂੰ ਸਾਰਾ ਸੰਸਾਰ ਹੀ ਆਪਣਾ ਦਿਖਾਈ ਦਿੰਦਾ। ਜਿਹੜਾ ਨਾਮ ਜਪਦਾ ਉਹਦਾ ਅੰਦਰ ਠੰਡਾ ਹੋ ਜਾਂਦਾ। ਗੁਰੂ ਅਰਜਨ ਸਾਹਿਬ ਜੀ ਦਾ ਵੇਖੋ, ਜਿਨ੍ਹਾਂ ਦਾ ਸਲੋਕ ਹੈ, ਸਾਰੀ ਉਮਰ ਤਪਾਉਣ ਦਾ ਯਤਨ ਕੀਤਾ। ਜਹਾਂਗੀਰ ਨੇ, ਚੰਦੂ ਨੇ, ਪ੍ਰਿਥੀ ਨੇ, ਜਿਨ੍ਹਾਂ ਦਾ ਵੀ ਨਾਮ ਪੜੋਗੇ ਸਾਰਿਆਂ ਨੇ ਤਪਾਉਣ ਦਾ ਯਤਨ ਕੀਤਾ। ਪਰ ਗੁਰੂ ਅਰਜਨ ਦੇਵ ਮਹਾਰਾਜ, ਨਾਮ ਜਪਣ ਵਾਲੀ ਆਤਮਾ ਇੰਨੀ ਠੰਡੀ ਹੈ ਜਿਹੜੀ ਤੱਤੀ ਤਵੀ ਤੇ ਬੈਠ ਕੇ ਵੀ ਗਰਮ ਨਹੀਂ ਹੋਈ। ਉਥੇ ਵੀ ਕਹਿ ਰਹੇ ਨੇ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ, ਨਾ ਚੰਦਨ ਦੇ ਲੇਪ ਨੇ, ਨਾ ਚੰਦਰਮਾ ਦੀ ਚਾਨਣੀ ਨੇ, ਤੇ ਨਾ ਸਿਆਲ ਦੀ ਰੁੱਤ ਨੇ ਅੰਦਰ ਦੀ ਤਪਸ਼ ਨੂੰ ਦੂਰ ਕਰਨਾ। ਕਿੰਨੇ ਦੂਰ ਕਰਨਾ ਜੀ? ਨਾਮ ਨੇ, ਸਿਮਰਨ ਨੇ, ਭਜਨ ਨੇ, ਬੰਦਗੀ ਨੇ। ਜਿਨ੍ਹਾਂ ਨੇ ਵੀ ਭਜਨ ਕੀਤਾ, ਬੰਦਗੀ ਕੀਤੀ, ਅੰਦਰੋਂ ਇੰਨੇ ਠੰਡੇ ਹੋਏ, ਉਹ ਸੰਗਤ ਜੀ ਸੰਸਾਰ ਦੇ ਭਲੇ ਲਈ ਲੈ ਕੇ ਚੱਲ ਪਏ ਨੇ ਗੁਰੂ ਕਾ ਲੰਗਰ। ਪਿਛਲੇ ਸਾਲ ਇਸ ਮਹੀਨੇ ਵਿੱਚ ਮੈਂ ਮੁੰਬਈ ਵਿੱਚ ਸਾਂ। ਭਾਰੀ ਮੀਂਹ ਪੈਣ ਕਰਕੇ ਮੁੰਬਈ ਤੋਂ ਜਿਹੜਾ ਗੋਆ ਨੂੰ ਰਸਤਾ ਜਾਂਦਾ ਬਲੌਕ ਹੋ ਗਿਆ। ਗੁਰਦੁਆਰਾ ਸਾਹਿਬ ਦੇ ਵਿੱਚ WhatsApp ਤੇ ਮੈਸੇਜ ਪਾਇਆ ਗਿਆ, ਸੰਗਤਾਂ ਰਸਦਾਂ ਲੈ ਕੇ ਆ ਗਈਆਂ, ਲੰਗਰ ਤਿਆਰ ਕਰਨ ਲਈ ਆ ਗਈਆਂ। 15 ਦਿਨ ਤੱਕ ਸੰਗਤ ਜੀ ਉੱਥੇ ਲੰਗਰ ਵਰਤਾ ਰਿਹਾ, ਜਿੰਨਾ ਸਮਾਂ ਉਹ ਫੜਕ ਖੁੱਲੀ ਨਹੀਂ ਆ। ਇਹ ਕਿੰਨਾਂ ਦੀ ਵਾਰਤਾ ਹੈ? ਜਿਨ੍ਹਾਂ ਤੇ ਬਾਣੀ ਤੋਂ ਚੱਜ ਆਚਾਰ ਸਿੱਖਿਆ, ਜਿਹੜੇ ਗੁਰਬਾਣੀ ਤੋਂ ਆਪਣੇ ਜੀਵਨ ਨੂੰ ਰੁਸ਼ਨਾਉਂਦੇ ਨੇ, ਜਿਹੜੇ ਰੋਜ਼ ਪੜ੍ਹਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰਮਾਤਮਾ ਦਾ ਨਾਮ ਸਾਡੇ ਜੀਵਨ ਨੂੰ ਠੰਡਾ ਕਰਦਾ ਹੈ। ਮਨ ਵਿੱਚੋਂ ਕ੍ਰੋਧ, ਈਰਖਾ, ਦਵੈਸ਼ ਇਹਨਾਂ ਨੂੰ ਦੂਰ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਅੱਗੇ ਪੌੜੀ ਵਿੱਚ ਸਮਝਾਉਂਦੇ ਹਨ, ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਚਰਨ ਕਮਲਾਂ ਦੀ ਓਟ ਲਈ, ਉਹ ਸਾਰੇ ਹੀ ਜਨ ਉਧਰ ਗਏ, ਬਚ ਗਏ ਵਿਕਾਰਾਂ ਦੀ ਤਪਸ਼ ਤੋਂ। ਸੁਨ ਪ੍ਰਤਾਪ ਗੋਵਿੰਦ, ਨਿਰਭਉ ਭਏ ਮਨ। ਪਰਮਾਤਮਾ ਦਾ ਪ੍ਰਤਾਪ, ਗੋਬਿੰਦ ਦਾ ਪ੍ਰਤਾਪ ਨੂੰ ਸੁਣ ਕੇ ਮਨ ਵਿੱਚ ਨਿਡਰਤਾ ਆ ਗਈ। ਜਦੋਂ ਅਸੀਂ ਸੁਣਦੇ ਹਾਂ, ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦੇ ਭਉ ਖਤਮ ਹੋ ਜਾਂਦੇ ਹਨ। ਟੂਟ ਨ ਆਵੈ ਮੂਲ, ਸੰਚਿਆ ਨਾਮ ਧਨ। ਬਾਕੀ ਸੰਸਾਰ ਦੇ ਪਦਾਰਥਾਂ ਦੇ ਵਿੱਚ ਤੇ ਟੋਟਾ ਆ ਸਕਦਾ, ਪਰ ਪਰਮਾਤਮਾ ਦਾ ਨਾਮ ਧਨ ਐਸਾ ਹੈ, ਇਹ ਮੁੱਕਦਾ ਨਹੀਂ ਹੈ। ਖਾਵ ਹੈ ਖਰਚੇ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਜਿਨ੍ਹਾਂ ਨੇ ਵੀ ਇਸ ਧਨ ਨੂੰ ਸੰਚਿਆ ਹੈ, ਇਕੱਠਾ ਕੀਤਾ ਹੈ,
ਉਹਨਾਂ ਨੂੰ ਕਦੀ ਟੋਟਾ ਨਹੀਂ ਆਉਂਦਾ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਸੰਤ ਜਨਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵੱਡਿਆਂ ਪੁੰਨਾਂ ਨਾਲ ਮਿਲਦੀ ਹੈ, ਚੰਗੇ ਭਾਗਾਂ ਨਾਲ ਮਿਲਦੀ ਹੈ। ਇਸੇ ਕਰਕੇ ਗੁਰਸਿੱਖ ਜਦੋਂ ਸੌਣ ਲੱਗਦਾ ਤੇ ਹਜੂਰ ਦੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਹੈ ਕਿ ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤ ਜਨਾਂ ਦੀ ਧੂੜ ਪ੍ਰਾਪਤ ਹੋ ਜਾਵੇ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਐਸੇ ਗੁਰਸਿੱਖ ਅੱਠੇ ਪੈਰ ਹੀ ਉਸ ਪਰਮਾਤਮਾ ਦਾ ਚਿੰਤਨ ਕਰਦੇ ਨੇ ਤੇ ਨਿਤ ਹੀ ਹਰੀ ਦੇ ਜਸ ਨੂੰ ਸੁਣਦੇ ਨੇ। ਉਹਨਾਂ ਦੇ ਜੀਵਨ ਦੀ ਗਾਥਾ ਹੈ ਕਿ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਊਠਤ ਬੈਠਤ ਹਰ ਹਰ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਇਹ ਮੇਰੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਵਿੱਚ ਸਾਨੂੰ ਸਮਝਾਇਆ। ਆਓ ਜੋ ਲੜੀਵਾਰ ਕਥਾ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਹ ਵੀ ਸ਼ਬਦ ਆਪ ਜੀ ਸਰਵਣ ਕਰੋ ਜੀ। ਚੰਚਲ ਚੀਤ ਨ ਰਹੀ ਠਾਏ। ਸੰਗਤ ਜੀ, ਡਾਕਟਰ ਰਵਿੰਦਰ ਨਾਥ ਜੀ ਟੈਗੋਰ, ਜਿਨ੍ਹਾਂ ਨੇ ਭਾਰਤ ਦਾ ਰਾਸ਼ਟਰੀ ਗੀਤ ਲਿਖਿਆ ਜਨ ਗਨ ਮਨ, ਗਿਆਨੀ ਸੰਤ ਸਿੰਘ ਜੀ ਮਸਕੀਨ ਇਹਨਾਂ ਦੇ ਆਸ਼ਰਮ ਦੇ ਵਿੱਚ ਗਏ ਬੰਗਾਲ। ਜਦੋਂ ਬੰਗਾਲ ਗਏ ਨਾ ਜੀ, ਤੇ ਉੱਥੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਬਾਣੀ ਜਾਪ ਸਾਹਿਬ ਅਕਾਲ ਉਫਤਤ। ਮਸਕੀਨ ਜੀ ਨੇ ਕਿਹਾ ਕਿ ਏਡੇ ਵੱਡੇ ਮਹਾਰਿਸ਼ੀ ਹੋਏ, ਕਵੀ ਹੋਏ ਟੈਗੋਰ ਜੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਇੱਥੇ ਸ਼ਾਗਿਰਦਾਂ ਨੂੰ ਕਿਉਂ ਪੜ੍ਹਾਈ ਜਾਂਦੀ ਹੈ? ਉਹ ਤੇ ਸਿੱਖ ਵੀ ਨਹੀਂ ਆ। ਅੱਗੋਂ ਜਵਾਬ ਮਿਲਿਆ, ਕਹਿਣ ਲੱਗੇ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਅਨਪਰਾਸ ਯੋਜਨਾ ਵਰਤੀ ਹੈ, ਉਹ ਸੰਸਾਰ ਦੇ ਕਿਸੇ ਵੀ ਸਾਹਿਤ ਵਿੱਚ ਨਹੀਂ ਮਿਲਦੀ। ਸੁਣਿਓ ਜੀ, ਅਨਪਰਾਸ ਯੋਜਨਾ ਉਹ ਕੀ ਹੁੰਦੀ ਹੈ? ਇੱਕ ਮੈਂ ਸ਼ਬਦ ਪੜ੍ਹਾਂ ਆਪ ਜੀ ਨਾਲ, ਗੁਰੂ ਗੋਬਿੰਦ ਸਿੰਘ ਜੀ ਦਾ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪੌਣ ਆਹਾਰੀ। ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਂ ਪੜ੍ਹਿਆ ਜੀ, ਆਪ ਜੀ ਨੇ ਸੁਣ ਲਿਆ, ਇਹਦੇ ਵਿੱਚੋਂ ਯੋਜਨਾ ਲੱਭੀ ਕੋਈ ਜੀ? ਨਹੀਂ ਲੱਭੀ, ਪਰ ਇੱਕ ਕਵੀ ਹਿਰਦੇ ਨੂੰ ਲੱਭੀ। ਰਵਿੰਦਰ ਨਾਥ ਜੀ ਟੈਗੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਰਚਨਾ ਤੋਂ ਇੰਨੇ ਪ੍ਰਭਾਵਿਤ ਹੋਏ, ਕਹਿਣ ਲੱਗੇ ਇਹੋ ਜੀ ਅਨਪਰਾਸ ਯੋਜਨਾ ਮੈਂ ਕਿਤੇ ਨਹੀਂ ਤੱਕੀ। ਕਿਹੜੀ ਹੈ ਜੀ? ਦੇਖੋ, ਪ੍ਰਭ ਜੂ ਤੋ ਕਹਿ ਲਾਜ ਹਮਾਰੀ। ਹੁਣ ਵੇਖਿਓ, ਨੀਲ ਕੰਠ, ਜਿੰਨੇ ਅੱਖਰ ਸ਼ੁਰੂ ਹੋਣਗੇ ਨੰਨੇ ਅੱਖਰ ਤੋਂ, ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਅੱਗੇ ਜਿੰਨੇ ਅੱਖਰ ਸ਼ੁਰੂ ਹੋਣਗੇ ਪੱਪੇ ਤੋਂ, ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪੌਣ ਆਹਾਰੀ। ਅੱਗੇ ਜਿੰਨੇ ਅੱਖਰ ਸ਼ੁਰੂ ਹੋਣਗੇ ਮੰਮੇ ਤੋਂ, ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਸਾਰਾ ਸ਼ਬਦ ਪੜ੍ਹ ਲੈਣਾ ਜੀ। ਜੋ ਸ਼ਬਦ ਆਪਾਂ ਵਿਚਾਰਨਾ ਹੈ ਓਂਕਾਰ ਬਾਣੀ ਦਾ, ਇਹਦੇ ਵਿੱਚ ਵੀ ਧਿਆਨ ਦਿਓ। ਪਾਂਧੇ ਨੂੰ ਊੜਾ ਅੱਖਰ, ਆਇੜਾ ਅੱਖਰ, ਈਵੜੀ, ਸੱਸਾ, ਹਾਹਾ। ਅੱਜ ਅੱਖਰ ਹੈ ਚੱਚਾ। ਕਿਹੜਾ ਜੀ? ਚੱਚਾ ਅੱਖਰ। ਮੈਂ ਥੋੜਾ ਜਿਹਾ ਸ਼ਬਦ ਪੜ੍ਹਦਾ, ਧਿਆਨ ਨਾਲ ਸੁਣੋ। ਜਿੰਨੇ ਅੱਖਰ ਸ਼ੁਰੂ ਹੋ ਰਹੇ ਨੇ ਚੱਚੇ ਤੋਂ, ਚੰਚਲ, ਚੀਤ,
ਨਾ ਰਹੀ ਠਾਏ। ਅੱਗੇ ਫਿਰ ਸੁਣੋ ਜੀ, ਚੋਰੀ ਮਿਰਗ ਅੰਗੂਰੀ ਖਾਏ। ਸਾਰਾ ਸ਼ਬਦ ਸੁਣੋ, ਚੱਚੇ ਅੱਖਰ ਤੋਂ ਸ਼ੁਰੂ ਹੋ ਰਿਹਾ। ਜਿੰਨੇ ਵੀ ਸ਼ਬਦ ਦੇ ਮੁੱਢ ਦੇ ਅੱਖਰ ਨੇ ਸਾਰੇ ਕਿੱਥੋਂ ਸ਼ੁਰੂ ਹੋ ਰਹੇ ਆ? ਚੱਚੇ ਅੱਖਰ ਤੋਂ। ਕਦੀ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਵੀ ਦਰਸ਼ਨ ਕਰਿਆ ਕਰੋ ਜੀ। ਸੱਚੇ ਪਾਤਸ਼ਾਹ ਵਰਗਾ ਸਾਹਿਤ, ਸੱਚੇ ਪਾਤਸ਼ਾਹ ਵਰਗੀ ਧੁਰ ਕੀ ਬਾਣੀ ਸਾਨੂੰ ਸੰਸਾਰ ਵਿੱਚ ਨਹੀਂ ਲੱਭਣੀ ਜੀ। ਆਓ ਜੋ ਮੇਰੇ ਪਾਤਸ਼ਾਹ ਜੀ ਨੇ ਇਸ ਬਾਣੀ ਵਿੱਚ ਸਾਨੂੰ ਸਮਝਾਇਆ, ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰੀਏ। ਚੰਚਲ ਚੀਤ ਨ ਰਹੀ ਠਾਏ। ਚੰਚਲ ਮਨ ਜਿਹੜਾ ਟਿਕਦਾ ਨਹੀਂ ਹੈ ਇੱਕ ਥਾਂ ਤੇ, ਚੰਚਲ ਚੀਤ ਨ ਰਹੀ ਠਾਏ। ਇਸ ਮਨ ਦੀ ਹਾਲਤ ਕੀ ਹੈ ਜੀ? ਆਪਾਂ ਸੁਖਮਣੀ ਸਾਹਿਬ ਵਿੱਚ ਪੜ੍ਹਦੇ ਹਾਂ, ਨਿਮਖ ਮਾਹੇ 4 ਕੁੰਟ ਫਿਰ ਆਵੇ। 1 ਸੈਕਿੰਡ ਵਿੱਚ 4 ਦਿਸ਼ਾਵਾਂ ਦੀ ਯਾਤਰਾ ਕਰਕੇ ਆ ਜਾਂਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾ ਦਿਸ ਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਚੰਚਲ ਮਨ ਟਿਕਦਾ ਨਹੀਂ ਹੈ। ਚੋਰੀ ਮਿਰਗ ਅੰਗੂਰੀ ਖਾਏ। ਇਸ ਮਨ ਦੀ ਹਾਲਤ ਮਿਰਗ ਵਰਗੀ ਹੈ, ਹਿਰਨ ਵਰਗੀ ਹੈ। ਜਿਹੜਾ ਹਿਰਨ ਸੰਗਤ ਜੀ ਹਰੀਆਂ ਹਰੀਆਂ ਪੱਤੀਆਂ ਖਾਂਦਾ ਚੋਰੀ ਚੋਰੀ, ਕਿਤੇ ਮਾਲਕ ਮੈਨੂੰ ਡੰਨ ਨਾ ਦੇ ਦੇਵੇ। ਇਹ ਮਨ ਵੀ ਵਿਕਾਰਾਂ ਵੱਲ ਦੌੜਦਾ, ਕਦੀ ਕਾਮ ਵੱਲ, ਇਸਤਰੀਆਂ ਦਾ ਰੂਪ ਦੇਖਦਾ, ਕਦੀ ਕ੍ਰੋਧ ਗੁੱਸੇ ਵਿੱਚ ਆ ਜਾਂਦਾ, ਕਦੀ ਲਾਲਚ ਵਿੱਚ ਆ ਜਾਂਦਾ। ਇਸ ਮਨ ਦੀ ਹਾਲਤ ਸੰਗਤ ਜੀ ਹਿਰਨ ਵਰਗੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਸਮਝਾਉਂਦੇ ਨੇ, ਚੋਰੀ ਮਿਰਗ ਅੰਗੂਰੀ ਖਾਏ। ਇੱਕ ਭਗਤ ਕਬੀਰ ਜੀ ਦਾ ਸ਼ਬਦ ਹੈ, ਹਰੀ ਅੰਗੂਰੀ ਗਧਾ ਚਰੇ, ਨਿਤ ਉੱਠ ਹਾਸੈ ਹੀਂਗੈ ਮਰੈ। ਇਹ ਮਨ ਵਿਕਾਰਾਂ ਦੀ ਜਿਹੜੀ ਖੇਤੀ ਹੈ ਉਹਨੂੰ ਚਰਦਾ ਹੈ। ਇਹਨੂੰ ਨਿੰਦਿਆ ਕਰਨੀ ਬੜੀ ਚੰਗੀ ਲੱਗਦੀ ਹੈ। ਕ੍ਰੋਧ ਕਰਨਾ, ਗੁੱਸਾ ਕਰਨਾ, ਕਾਮ ਦੇ ਵਿੱਚ ਪ੍ਰਵਿਰਤ ਹੋਣਾ ਬੜਾ ਚੰਗਾ ਲੱਗਦਾ ਜੀ। ਹਜੂਰ ਸਮਝਾ ਰਹੇ ਨੇ ਮਨ ਦੀ ਹਾਲਤ। ਚਰਨ ਕਮਲ ਉਰ ਧਾਰੇ ਚੀਤ। ਪਰ ਜਿਹੜੇ ਗੁਰਮੁਖ ਜਨ ਆਪਣੇ ਮਨ ਦੇ ਅੰਦਰ, ਚਿੱਤ ਦੇ ਅੰਦਰ ਪਰਮਾਤਮਾ ਦੇ ਚਰਨ ਕਮਲਾਂ ਨੂੰ ਵਸਾਉਂਦੇ ਆ ਜੀ, ਗੁਰਬਾਣੀ ਨੂੰ ਵਸਾਉਂਦੇ ਆ, ਉਹਨਾਂ ਦਾ ਜੀਵਨ ਕੀ ਹੈ? ਚਿਰ ਜੀਵਨ ਚੇਤਨ ਨਿਤ ਨੀਤ। ਉਹ ਚਿਰੰਜੀਵੀ ਹੋ ਜਾਂਦੇ ਆ, ਉਹ ਅਮਰ ਹੋ ਜਾਂਦੇ ਆ। ਉਸ ਚਿੰਤਨ ਕਰ ਕਰਕੇ, ਸਿਮਰਨ ਕਰ ਕਰਕੇ ਹਮੇਸ਼ਾ ਸੰਗਤ ਜੀ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਆ। ਜਿਨ੍ਹਾਂ ਨੇ ਮਨ ਦੇ ਅੰਦਰ ਗੁਰਬਾਣੀ ਨੂੰ ਵਸਾਇਆ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਆਪਣੇ ਅੰਦਰ ਵਸਾਇਆ ਬਾਣੀ ਦਿਆਂ ਨੂੰ, ਉਹਨਾਂ ਨੂੰ ਪਤਾ ਲੱਗਿਆ ਕੋਈ ਦੁਸ਼ਮਣ ਹੈਗਾ ਹੀ ਨਹੀਂ। ਉਹਨਾਂ ਨੂੰ ਸੋਝੀ ਆਈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਆਓ ਜੀ ਇਹਨਾਂ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਆਓ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਈਏ, ਫਰੀਦਾ ਬੁਰੇ ਦਾ ਭਲਾ ਕਰ। ਇਹ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣਾ, ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ। ਜਿੰਨੇ ਵੀ ਸਤਿਗੁਰ ਦੇ ਉਪਦੇਸ਼ ਨੇ ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੀ, ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਸੰਗਤ ਜੀ, ਜੇ ਸਮੁੱਚੀ ਮਾਨਵਤਾ ਇਹਨਾਂ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾ ਲਵੇ ਕਿ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਅਸੀਂ ਵਿਕਾਰ ਨਹੀਂ ਕਰਨੇ, ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਨਾਮ ਮਹਾਰਸ ਨੂੰ ਪੀਣਾ ਹੈ। ਇਹ ਚਰਨ ਕਮਲਾਂ ਨੂੰ ਵਸਾਈਏ। ਸਾਰੀ ਬਾਣੀ ਦਾ ਉਪਦੇਸ਼ ਹੀ
ਗੁਰੂ ਦੇ ਚਰਨ ਕਮਲ ਹਨ। ਚਿੰਤਤ ਹੀ ਦੀਸੈ ਸਭ ਕੋਏ, ਸਾਰਾ ਸੰਸਾਰ ਹੀ ਚਿੰਤਾ ਤੁਰ ਹੈ, ਡਿਪਰੈਸ਼ਨ ਦਾ ਸ਼ਿਕਾਰ ਹੈ। ਇਹ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਚੇਤਹਿ ਏਕ ਤਹੀ ਸੁਖ ਹੋਏ, ਜੇਕਰ ਮਨੁੱਖ ਇੱਕ ਪ੍ਰਭੂ ਦਾ ਚਿੰਤਨ ਕਰੇ, ਉਹਨੂੰ ਚੇਤੇ ਆਪਣੇ ਹਿਰਦੇ ਵਿੱਚ ਵਸਾਵੇ ਤੇ ਸੁਖ ਹੋ ਸਕਦਾ ਜੀ। ਆਪਾਂ ਜਦੋਂ ਅਰਦਾਸ ਕਰਦੇ ਆਂ ਜੀ, ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਕੀ ਚਿਤ ਆਵੇ ਜੀ? 3 ਵਾਰੀ ਸ਼ਬਦ ਲਿਖਿਆ, ਵਾਹਿਗੁਰੂ 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 ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾਵਾਂਗੇ, ਚਿੱਤ ਵਿੱਚ ਵਸਾਵਾਂਗੇ, ਤੇ ਸੰਗਤ ਜੀ ਚਿੰਤਾ ਤੋਂ ਮੁਕਤ ਹੋ ਜਾਵਾਂਗੇ। ਅਮਰੀਕਾ ਵਿੱਚ ਰਹਿੰਦੀ ਹੈ ਭੈਣ ਮਿਸ ਪਰਲ ਬਕ, ਜਿਨੇ ਸੰਸਾਰ ਦੇ तमाम ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹ ਬਚਨ ਕਰਦੀ ਹੈ, ਲਿਖਦੀ ਹੈ, ਕਹਿੰਦੀ ਜਿਹੜੀ ਸ਼ਾਂਤੀ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਤੋਂ ਬਾਅਦ ਮਿਲੀ ਹੈ, ਕਿਧਰੇ ਹੋਰ ਨਹੀਂ ਮਿਲੀ। ਕੌਣ ਕਹਿੰਦੀ ਹੈ ਜੀ? ਮਿਸ ਪਰਲ ਬਕ। ਆਪਾਂ ਤੇ ਰੋਜ਼ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ ਹਾਂ ਕਿ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨਿਸ਼ਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਆਪਣੇ ਗੁਰੂ ਤੋਂ ਕੁਰਬਾਨ, ਕਿਉਂਕਿ ਚਿੰਤਾ ਤੋਂ ਗੁਰਬਾਣੀ ਮੁਕਤ ਕਰਦੀ ਹੈ। ਡਿਪਰੈਸ਼ਨ, ਚਿੰਤਾ, ਜਿੰਨੇ ਅਮੀਰ ਮੁਲਕ ਨੇ ਭਰਮਣ ਕਰਕੇ ਦੇਖਿਆ, ਓਨੀ ਚਿੰਤਾ ਜ਼ਿਆਦੀ ਹੈ। ਜਿੰਨਾ ਧਨ ਜ਼ਿਆਦਾ, ਓਨੀ ਚਿੰਤਾ ਜ਼ਿਆਦੀ ਹੈ। ਸੱਚੇ ਪਾਤਸ਼ਾਹ ਕਿਵੇਂ ਮੁਕਤ ਹੁੰਦੀ ਹੈ ਚਿੰਤਾ ਤੋਂ? ਹਜੂਰ ਸਮਝਾਉਂਦੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਚਿਤ ਵਸੈ ਰਾਚੈ ਹਰਿ ਨਾਏ। ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰਚ ਗਿਆ ਹੈ, ਮੁਕਤ ਭਇਆ ਪਤ ਸਿਉ ਕਰ ਜਾਏ। ਸੰਗਤ ਜੀ ਉਹ ਜੀਵ ਆਤਮਾਵਾਂ ਮੁਕਤ ਹੋ ਜਾਂਦੀਆਂ ਨੇ ਤੇ ਇਥੋਂ ਸੁਰਖਰੂ ਹੋ ਕੇ ਇੱਜ਼ਤ ਨਾਲ, ਪਤ ਨਾਲ ਆਪਣੇ ਸਵੈ ਘਰ ਵਿੱਚ ਚਲੇ ਜਾਂਦੀਆਂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ, ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਇਸੀ ਮਾਨਸ ਕਿਆ ਵਿਚਾਰਾ, ਤੇ ਲੋਕ ਸੁਨਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਸੰਗਤ ਜੀ ਜੋ ਪਾਵਨ ਲੜੀਵਾਰ ਸ਼ਬਦ ਹੈ ਓੰਕਾਰ ਬਾਣੀ ਦਾ, ਉਹਦੇ ਵਿੱਚੋਂ ਆਪ ਜੀ ਨੇ ਵਿਚਾਰ ਨੂੰ ਸਰਵਣ ਕੀਤਾ। ਥੋੜਾ ਸਮਾਂ ਆਪ ਜੀ ਦਾ ਲੈਣਾ ਹੈ। ਗੁਰੂ ਪੰਥ ਸਾਕਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਮੋਰਚਾ ਗੁਰੂ ਕਾ ਬਾਗ। ਅੱਜ ਤੋਂ 100 ਸਾਲ ਪਹਿਲਾਂ ਸੰਗਤ ਜੀ ਸਾਡੇ ਤੋਂ ਦੂਰ ਨਹੀਂ ਹੈ ਗੁਰੂ ਕਾ ਬਾਗ। ਜਿਹੜੀ ਜਗ੍ਹਾ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਚਰਨ ਪਾਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਰਾਜੇ। ਉਹ ਥਾਨ ਬੜਾ ਚੰਗਾ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਚਰਨ ਪਾਉਂਦੇ ਤੇ ਸੰਗਤ ਜੀ ਸੱਚੇ ਪਾਤਸ਼ਾਹ ਜੀ ਉੱਥੇ ਇੱਕ ਬਾਗ ਲਗਾਉਂਦੇ ਆ, ਜਿਹਦੇ ਕਰਕੇ ਨਾਮ ਪੈ ਜਾਂਦਾ ਗੁਰੂ ਕਾ ਬਾਗ। ਗੁਰੂ ਤੇਗ ਬਹਾਦਰ ਸਾਹਿਬ ਜੀ। ਕਈ ਵਾਰੀ ਮੈਂ ਸੋਚਦਾ, ਸਤਿਗੁਰੂ ਜੀ
ਆਪ ਜੀ ਨੇ ਤੇ ਸਾਨੂੰ ਸਮਝਾਇਆ, ਸਾਨੂੰ ਮੂਰਖਾਂ ਨੂੰ ਸਮਝ ਨਹੀਂ ਆਈ ਕਿ ਵਾਤਾਵਰਣ ਦੇ ਨਾਲ ਪਿਆਰ ਕਰਨਾ, ਬੂਟੇ ਲਾਉਣੇ, ਦਰਖਤ ਲਾਉਣੇ ਕਿੰਨੇ ਜ਼ਰੂਰੀ ਆ। ਗੁਰੂ ਨਾਨਕ ਸਾਹਿਬ ਜੀ ਕਦੋਂ ਦੇ ਸਮਝਾਉਂਦੇ ਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੰਗਤ ਜੀ ਖਿਮਾ ਮੈਂ ਮੰਗ ਲੈਂਦਾ ਆਪ ਜੀ ਕੋਲੋਂ, ਮਾਫ ਕਰਨਾ। ਜਿਸ ਧਰਤੀ ਤੇ ਆਪਾਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਪਵਨ ਗੁਰੂ ਪਾਣੀ ਪਿਤਾ, ਇੰਨੇ ਦਰਖਤ ਕੱਟੇ, ਇੰਨੇ ਕੱਟੇ ਕਿ ਕੇਵਲ 2% ਧਰਤੀ ਸਾਡੀ ਦਰਖਤਾਂ ਨਾਲ ਢੱਕੀ ਹੈ। ਇੰਗਲੈਂਡ ਵਿੱਚ 35% ਧਰਤੀ ਦਰਖਤਾਂ ਨਾਲ ਢੱਕੀ ਹੋਈ ਹੈ। ਹੁਣ ਹਵਾ ਕਿੱਥੋਂ ਦੀ ਸ਼ੁੱਧ ਹੋਵੇਗੀ ਜਿੱਥੇ ਜ਼ਿਆਦੇ ਦਰਖਤ ਆ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਜੀ ਬਾਗ ਲਗਾਉਂਦੇ ਆ, ਨਾਮ ਪੈ ਜਾਂਦਾ ਗੁਰੂ ਕਾ ਬਾਗ। ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਆ, ਇੱਥੇ ਦੇਖੋ ਦੁੱਖ ਭੰਜਨੀ ਬੇਰ, ਲਾਚੀ ਬੇਰ, ਬੇਰ ਬਾਬਾ ਬੁੱਢਾ ਸਾਹਿਬ। ਪਰਿਕਰਮਾ ਦੇ ਵਿੱਚ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਜੀ, ਇਧਰ ਸੁਲਤਾਨਪੁਰ ਲੋਧੀ ਚਲੇ ਜਾਈਏ ਗੁਰਦੁਆਰਾ ਬੇਰ ਸਾਹਿਬ, ਰਾਏਕੋਟ ਚਲੇ ਜਾਈਏ ਗੁਰਦੁਆਰਾ ਟਾਹਲੀ ਸਾਹਿਬ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਸੀ ਕਿ ਵਾਤਾਵਰਣ ਪ੍ਰਤੀ ਸੁਚੇਤ ਹੋਵੋ। ਖੈਰ, ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਆਇਆ। ਚਮਿਆਰੀ ਪਿੰਡ ਦੇ, ਗੁਰੂ ਕੇ ਬਾਗ ਦੇ ਨੇੜੇ ਪਿੰਡ ਹੈ ਚਮਿਆਰੀ, ਇੱਥੋਂ ਦੇ ਰਹਿਣ ਵਾਲੇ ਸਰਦਾਰ ਜੀ ਨੇ ਗੁਰੂ ਕੇ ਬਾਗ ਦੇ ਸਰੋਵਰ ਦੀ ਸੇਵਾ ਕਰਵਾਈ, ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਵਾਈ। ਖਤਰਾਏ ਕਲਾਂ, ਉਥੋਂ ਦੇ ਰਹਿਣ ਵਾਲੇ ਕੁੰਮੇਦਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੇਵਾ ਵਿੱਚ ਡਿਊਟੀ ਕਰਦੇ ਸਨ, ਉਹਨਾਂ ਨੇ ਗੁਰੂ ਘਰ ਦੇ ਨਾਂ ਜਗੀਰ ਲਗਾਈ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਸਮਾਂ ਆਇਆ ਜੀ 1921 ਈਸਵੀ ਦਾ। 1921 ਈਸਵੀ, ਇੱਥੇ ਕਾਬਜ ਹੈ ਮਹੰਤ ਸੁੰਦਰਦਾਸ। ਨਾਮ ਕਿੰਨਾ ਸੋਹਣਾ, ਸੁੰਦਰਦਾਸ। ਜਿੰਨਾ ਨਾਮ ਸੋਹਣਾ ਓਨਾ ਜੀਵਨ ਭੈੜਾ। ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚ ਇਹ ਸ਼ਰਾਬ ਪੀਂਦਾ ਹੈ, ਜੂਆ ਖੇਡਦਾ ਹੈ। ਸੰਗਤ ਜੀ ਤਰ੍ਹਾਂ ਤਰ੍ਹਾਂ ਦੀਆਂ ਇਹਨੇ ਔਰਤਾਂ ਰੱਖੀਆਂ, ਉਹਨਾਂ ਨਾਲ ਕੁਕਰਮ ਕਰਦਾ ਹੈ। ਜਿੰਨੇ ਵੀ ਗੁਰੂ ਘਰ ਤੋਂ ਵਿਰੁੱਧ ਕੰਮ ਨੇ ਸਾਰੇ ਹੀ ਕਰਦਾ ਹੈ। ਆਪਾਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ। ਗੁਰੂ ਦਾ ਸਿੱਖ ਆਪਣੇ ਗੁਰਧਾਮਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ, ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਦਾ। ਸਾਡੇ ਬਜ਼ੁਰਗ 100 ਸਾਲ ਪਹਿਲਾਂ ਜਾਗੇ, ਇੱਥੋਂ 50 ਸਿੰਘਾਂ ਦਾ ਜਥਾ ਲੈ ਕੇ ਸਰਦਾਰ ਕਰਤਾਰ ਸਿੰਘ ਜੀ ਝੱਬਰ ਪਹੁੰਚੇ ਨੇ ਗੁਰੂ ਕਾ ਬਾਗ। ਉਧਰੋਂ ਗੁਰਦਾਸਪੁਰ ਵੱਲੋਂ ਦਾਨ ਸਿੰਘ ਜੀ ਵਿਛੋਆ ਸਿੰਘਾਂ ਦਾ ਜਥਾ ਲੈ ਕੇ ਪਹੁੰਚੇ ਗੁਰੂ ਕਾ ਬਾਗ। ਜਗਦੇਵ ਕਲਾਂ ਤੋਂ, ਮੱਲੂ ਨੰਗਲ ਤੋਂ, ਸੈਂਸਰੇ ਪਿੰਡ ਤੋਂ, ਜਿੰਨੇ ਪਿੰਡ ਲਾਗੇ ਪੈਂਦੇ ਨੇ, ਮੀਰਾਂਕੋਟ, ਅਦਲੀਵਾਲ, ਸਾਰਿਆਂ ਤੋਂ ਗੁਰਸਿੱਖ ਪਹੁੰਚਦੇ ਗੁਰੂ ਕਾ ਬਾਗ ਤੇ 500 ਸਿੰਘਾਂ ਦਾ ਉੱਥੇ ਇਕੱਠ ਹੋ ਜਾਂਦਾ। ਮਹੰਤ ਸਮਝਦਾ ਹੈ ਕਿ ਹੁਣ ਮੇਰੀ ਦਾਲ ਨਹੀਂ ਗਲਣੀ। ਬੜਾ ਚਲਾਕ ਸੀ, ਕਹਿਣ ਲੱਗਾ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੈਂ ਗੁਰੂ ਪੰਥ ਦੇ ਨਾਲ ਚੱਲਾਂਗਾ ਜਿਵੇਂ ਗੁਰੂ ਪੰਥ ਕਹਿੰਦਾ। ਸਿੰਘਾਂ ਨੇ ਮਾਫ ਕਰ ਦਿੱਤਾ ਜੀ। ਕਿਹਾ ਅੰਮ੍ਰਿਤ ਛਕ ਲੈ। ਅੰਮ੍ਰਿਤ ਛਕ ਲਿਆ। ਅਕਾਲ ਤਖਤ ਸਾਹਿਬ ਤੇ ਆ ਕੇ ਇਹਨੇ ਨਾਮ ਰੱਖ ਲਿਆ ਜੋਗਿੰਦਰ ਸਿੰਘ। ਗੁਰੂ ਸਿੱਖਾਂ ਨੇ ਕਿਹਾ ਕਿ ਸਾਰੀਆਂ ਔਰਤਾਂ ਨੂੰ ਬਾਹਰ ਕੱਢ ਦੇ, ਇੱਕ ਨਾ ਵਿਆਹ ਕਰਾ ਲੈ। ਇੱਕ ਨਾ ਵਿਆਹ ਕਰਾ ਲਿਆ, ਉਹਦਾ ਨਾਮ ਰੱਖਿਆ ਜੋਗਿੰਦਰ ਕੌਰ, ਗਿਆਨ ਕੌਰ। ਸੰਗਤ ਜੀ, ਇਸ ਸਮੇਂ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਜਾਂਦਾ। ਮਹੰਤ ਕਹਿੰਦਾ ਹੈ ਕਿ ਸਾਨੂੰ ਡਰਨ ਦੀ ਕੀ ਲੋੜ ਹੈ, ਸਾਡੀ ਬੈਕ ਦੇ ਉੱਪਰ ਅੰਗਰੇਜ਼ ਸਰਕਾਰ ਹੈ। ਉਹ ਸਾਰੇ ਕੁਕਰਮ ਕਰਨੇ ਸ਼ੁਰੂ ਕਰ ਦਿੰਦਾ ਜਿਹੜੇ ਪਹਿਲਾਂ ਕਰਦੇ ਸੀ। ਹੁਣ ਸ਼ਿਕਾਇਤ ਵੀ ਕਰਦਾ ਸਿੰਘਾਂ ਦੀ ਲਿਖਤੀ,
ਪੁਲਿਸ ਦੇ ਕੋਲ ਕਿ ਮੇਰੀ ਜ਼ਮੀਨ ਦੇ ਵਿੱਚੋਂ ਸਿੰਘ ਧੱਕੇ ਦੇ ਨਾਲ ਲੱਕੜਾਂ ਵੱਢਦੇ ਆ। 8 ਅਗਸਤ 1922 ਨੂੰ 5 ਸਿੰਘ ਗਏ ਨੇ ਲੱਕੜਾਂ ਕੱਟਣ ਵਾਸਤੇ ਗੁਰੂ ਕੇ ਲੰਗਰ ਦੇ ਲਈ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। 6 ਮਹੀਨੇ ਦੀ ਕੈਦ, 50 ਰੁਪਏ ਜੁਰਮਾਨਾ। ਅਗਲੇ ਦਿਨ ਫੇਰ 187 ਸਿੰਘ ਗ੍ਰਿਫਤਾਰ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਫੈਸਲਾ ਕੀਤਾ ਕਿ ਇਹਦੇ ਤੇ ਕੋਈ ਅਸਰ ਨਹੀਂ ਪੈ ਰਿਹਾ ਮਹੰਤ ਤੇ, ਨਾ ਅੰਗਰੇਜ਼ ਸਰਕਾਰ ਚੁੱਕ ਰਹੀ ਹੈ। 25 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਣਾ ਸ਼ੁਰੂ ਹੋਇਆ। ਫਿਰ 100 ਸਿੰਘਾਂ ਦਾ। ਸੰਗਤ ਜੀ, ਜਦੋਂ ਉਹ ਵਾਕਿਆ ਪੜ੍ਹਦੇ ਆ, ਹਰ ਰੋਜ਼ 100 ਸਿੰਘ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅਰਦਾਸ ਕਰਕੇ ਗੁਰੂ ਕੇ ਬਾਗ ਨੂੰ ਰਵਾਨਾ ਹੁੰਦਾ। ਸਾਰਿਆਂ ਨੇ ਸਿਰਾਂ ਤੇ ਕਾਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੁੰਦੀਆਂ, ਉੱਪਰ ਫੁੱਲ ਪਾਏ ਹੁੰਦੇ। ਹਰਮੰਦਰ ਸਾਹਿਬ ਦਾ ਪਵਿੱਤਰ ਜਲ ਛਕ ਕੇ ਜਦੋਂ ਇੱਥੋਂ ਤੁਰਦੇ ਆ ਤੇ ਹਾਲ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਇਹਨਾਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਨੇ ਕਿ ਸਾਡੇ ਵੀਰ ਗੁਰੂ ਅਰਜਨ ਸਾਹਿਬ ਜੀ ਦੇ ਅਸਥਾਨ ਨੂੰ, ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਨੂੰ ਆਜ਼ਾਦ ਕਰਾਉਣ ਲਈ ਚੱਲੇ ਆ। ਜਦੋਂ ਅੱਗੇ ਪਹੁੰਚਦੇ ਆ, ਐਡੀਸ਼ਨਲ ਪੁਲਿਸ ਕਪਤਾਨ ਬੀਟੀ ਡਾਂਗਾਂ ਲੈ ਕੇ, ਸੋਟੇ ਲੈ ਕੇ, ਘੋੜੇ ਲੈ ਕੇ ਖਲੋਤਾ। ਸੰਗਤ ਜੀ, ਇਧਰੋਂ ਸਿੰਘ ਸ਼ਬਦ ਪੜ੍ਹਦੇ ਜਾ ਰਹੇ ਆ। ਇਤਿਹਾਸ ਵਿੱਚ ਐਸਾ ਹੀ ਲਿਖਿਆ। ਆਓ ਉਹਨਾਂ ਸਿੰਘਾਂ ਨੂੰ ਯਾਦ ਕਰੀਏ। ਕੀ ਪੜ੍ਹਦੇ ਆ? ਸਤਨਾਮ 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 ਜੀ, ਵਾਹਿਗੁਰੂ 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 ਜੀ। ਇਹੀ ਧੁਨ ਪੜ੍ਹਦੇ ਸਿੰਘ ਜਾਂਦੇ ਆ ਤੇ ਸ਼ਲੋਕ ਲਿਖਿਆ ਜਿਹੜਾ ਪੜ੍ਹਦੇ ਨੇ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਸੰਗਤ ਜੀ, ਜਦੋਂ ਵੱਧਦੇ ਅੱਗੋਂ ਬੀਟੀ ਪੁਲਿਸ ਨੂੰ ਲੈ ਕੇ ਸਿੰਘਾਂ ਦੇ ਉੱਪਰ ਡਾਂਗਾਂ ਦਾ ਵਾਰ ਕਰਦਾ। ਇੱਕ ਇੱਕ ਸਿੰਘ ਦੇ ਉੱਪਰ 37 ਡਾਂਗਾਂ ਪੈਂਦੀਆਂ। ਸਿੰਘਾਂ ਦੇ ਕੇਸ ਪੁੱਟੇ ਜਾਂਦੇ ਆ। ਸਿੰਘਾਂ ਦੇ ਸਰੀਰਾਂ ਤੇ ਘੋੜੇ ਦੌੜਦੇ ਆ। ਘੋੜਿਆਂ ਦੇ ਟਾਪ, ਘੋੜਿਆਂ ਦੇ ਪੌੜ, ਘੋੜਿਆਂ ਦੇ ਸੁੰਮ ਕਦੀ ਮੱਥੇ ਵਿੱਚ ਵੱਜਦੇ ਆ, ਕਦੀ ਛਾਤੀਆਂ ਵਿੱਚ ਵੱਜਦੇ ਆ। ਪਰ ਸਾਰੇ ਸਿੰਘ ਮੁਖ ਤੋਂ ਸੀ ਨਹੀਂ ਉਚਾਰਦੇ। ਜੇ ਉਚਾਰਦੇ ਆ ਤੇ ਕੇਵਲ ਇਹੀ ਉਚਾਰਦੇ ਆ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਸੰਖੇਪ ਵਿੱਚ ਬੇਨਤੀ ਕਰਾਂ। ਉਸ ਸਮੇਂ ਇੱਕ ਅੰਗਰੇਜ਼ ਪਾਦਰੀ ਆਉਂਦਾ, ਉਹਦਾ ਨਾਮ ਹੈ C.F. ਐਂਡਰਿਊਜ਼। ਇਹ ਪਾਦਰੀ ਆ ਕੇ ਆਪਣੀਆਂ ਅੱਖਾਂ ਨਾਲ ਵੇਖਦਾ ਕਿ ਕਿਵੇਂ ਸਿੰਘਾਂ ਦੇ ਉੱਪਰ ਡਾਂਗਾਂ ਦਾ ਵਾਰ ਹੁੰਦਾ, ਕਿਵੇਂ ਘੋੜੇ ਦੌੜਦੇ ਆ, ਕਿਵੇਂ ਸਿੰਘਾਂ ਦੇ ਕੇਸ ਪੁੱਟੇ ਜਾਂਦੇ ਆ, ਕਿਵੇਂ ਗੁਪਤੰਗਾਂ ਤੇ ਵਾਰ ਹੁੰਦੇ ਆ। ਸਾਰਾ ਦ੍ਰਿਸ਼ ਵੇਖਣ ਤੋਂ ਬਾਅਦ ਇੱਕ ਪੱਤਰਕਾਰ ਲਿਖਦਾ ਪੰਜਾਬ ਦੇ ਗਵਰਨਰ ਜਨਰਲ ਨੂੰ। ਕੀ ਲਿਖਦਾ ਜੀ? ਕਹਿੰਦਾ ਆਪਣੇ ਧਰਮ ਦੇ ਵਿੱਚ ਇੱਕ ਜੱਸੂ ਮਸੀਹ ਹੋਇਆ, ਪਰ ਮੈਂ ਗੁਰੂ ਕੇ ਬਾਗ ਵਿੱਚ ਹਜ਼ਾਰਾਂ ਜੱਸੂ ਮਸੀਹ ਵੇਖ ਕੇ ਆਇਆ ਹਾਂ। ਹਜ਼ਾਰਾਂ ਜੱਸੂ ਮਸੀਹ ਜਿਨ੍ਹਾਂ ਦੇ ਸਰੀਰਾਂ ਦੇ ਉੱਪਰ ਡਾਂਗਾਂ ਦਾ ਵਾਰ ਹੁੰਦਾ, ਕੇਸ ਪੁੱਟੇ ਜਾਂਦੇ ਨੇ, ਘੋੜੇ ਦੌੜਦੇ ਨੇ, ਪਰ ਹਜ਼ਾਰਾਂ ਜੱਸੂ ਮਸੀਹ ਮੁਖ ਤੋਂ ਸੀ ਨਹੀਂ ਬੋਲਦੇ। ਜੇ ਬੋਲਦੇ ਆ ਤੇ ਕੇਵਲ ਇਹੀ ਬੋਲਦੇ ਆ, ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ, ਉਸ ਚਿੱਠੀ ਤੋਂ ਬਾਅਦ ਇਹ ਤਸ਼ੱਦਦ, ਇਹ ਜ਼ੁਲਮ ਰੁਕਿਆ। ਗੁਰੂ ਕੇ ਬਾਗ ਮੋਰਚੇ ਦੀ ਸਿੰਘਾਂ ਦੀ ਜਿੱਤ ਹੋਈ। ਮੋਤੀ ਲਾਲ ਨਹਿਰੂ, ਰਾਹੁਲ ਗਾਂਧੀ ਦਾ ਦਾਦਾ, ਜਵਾਹਰ ਲਾਲ ਨਹਿਰੂ, ਰਾਹੁਲ ਗਾਂਧੀ ਦਾ ਪੜਦਾਦਾ, ਰਾਜੀਵ ਗਾਂਧੀ ਦਾ ਦਾਦਾ, ਜਵਾਹਰ ਲਾਲ ਨਹਿਰੂ ਦਾ ਪਿਤਾ, ਮਹਾਤਮਾ ਗਾਂਧੀ,
ਉਸ ਸਮੇਂ ਦੇ ਲੀਡਰ ਕਹਿੰਦੇ ਆ, ਐ ਗੁਰਸਿੱਖੋ, ਤੁਸੀਂ ਦੇਸ਼ ਦੀ ਆਜ਼ਾਦੀ ਦੀ ਅੱਧੀ ਜੰਗ ਜਿੱਤ ਲਈ ਆ, ਅੱਧੀ ਜੰਗ। ਸੰਗਤ ਜੀ, ਉਹਦਾ 100 ਸਾਲਾ ਦਿਹਾੜਾ ਆਇਆ ਸਾਡੇ ਜੀਵਨ ਕਾਲ ਵਿੱਚ। 6 ਅਗਸਤ, 7 ਅਗਸਤ ਤੇ 8 ਅਗਸਤ ਨੂੰ ਗੁਰੂ ਕੇ ਬਾਗ ਵਿੱਚ ਮਨਾਇਆ ਜਾਣਾ। ਦੇਸ਼ ਵਿਦੇਸ਼ ਦੀ ਸੰਗਤ ਸੁਣ ਰਹੀ ਹੈ, ਦੂਰ ਨਹੀਂ ਹੈ। ਜਿਹੜੀ ਜਗ੍ਹਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ 에ਅਰਪੋਰਟ ਬਣਿਆ ਰਾਜਾ ਸਾਂਸੀ, ਉਹਦੇ ਬਿਲਕੁਲ ਲਾਗੇ ਹੈ ਗੁਰੂ ਕਾ ਬਾਗ। ਆਓ ਜੀ, ਪੰਥ ਦੀ ਸੇਵਾਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਬੇਨਤੀ ਕਰਦਾ ਕਿ 6 ਤਰੀਕ ਨੂੰ ਸਾਡੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ, ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਕੀਰਤਨ ਕਰਨਗੇ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1922 ਤੋਂ ਚਲਾ ਰਹੀ ਹੈ, ਜਿਹਦੇ ਵਿੱਚ ਕੌਮ ਦੇ ਪ੍ਰਚਾਰਕ, ਕੌਮ ਦੇ ਰਾਗੀ ਤਿਆਰ ਕੀਤੇ ਜਾ ਰਹੇ ਨੇ। ਸੰਗਤ ਜੀ, ਜਦੋਂ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਪੜ੍ਹੇ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਵਿਦਿਆ ਲਈ, ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਉਹਨਾਂ ਨੇ ਵਿਦਿਆ ਲਈ। ਉਸ ਕਾਲਜ ਦੇ ਵਿਦਿਆਰਥੀਆਂ ਨੇ, ਕਿਉਂਕਿ 100 ਸਾਲਾ ਮਨਾ ਰਹੇ ਆ, 100 ਵਿਦਿਆਰਥੀਆਂ ਨੇ ਬੈਠ ਕੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ। ਜਦੋਂ ਸਾਡੇ ਵਿਦਿਆਰਥੀ, ਸਾਡੇ ਬੱਚੇ ਕੋਈ ਦਿਲਰੁਬਾ ਵਜਾ ਰਿਹਾ ਹੋਵੇਗਾ, ਕੋਈ ਪਖਾਵਜ ਵਜਾ ਰਿਹਾ ਹੋਵੇਗਾ, ਕੋਈ ਤਾਉਸ ਵਜਾ ਰਿਹਾ ਹੋਵੇਗਾ, ਤੇ ਸੰਸਾਰ ਨੂੰ ਕਿੰਨਾ ਸੋਹਣਾ ਸੁਣਾ ਜਾਵੇਗਾ ਕਿ 100 ਸਾਲ ਪਹਿਲਾਂ ਬਜ਼ੁਰਗੋ ਤੁਸੀਂ ਕੁਰਬਾਨੀਆਂ ਕੀਤੀਆਂ, ਤੁਸੀਂ ਜੇਲ੍ਹਾਂ ਵਿੱਚ ਗਏ, ਅੱਜ ਵੀ ਕੌਮ ਨੇ ਤੁਹਾਡੀਆਂ ਕੁਰਬਾਨੀਆਂ ਭੁਲਾਈਆਂ ਨਹੀਂ। 6 ਅਗਸਤ ਦਾ ਇਹ ਸਮਾਗਮ ਹੈ ਜੀ। 7 ਅਗਸਤ ਨੂੰ 12 ਵਜੇ ਅੰਮ੍ਰਿਤ ਸੰਚਾਰ ਹੋਣਾ। ਸੰਗਤ ਜੀ, ਉਮੀਦ ਹੈ ਗੁਰੂ ਕਿਰਪਾ ਕਰੇ ਕਿ 2000 ਤੋਂ ਵੱਧ ਪ੍ਰਾਣੀ ਉੱਥੇ ਅੰਮ੍ਰਿਤਪਾਨ ਕਰੇਗਾ ਜਦੋਂ ਗੁਰੂ ਕੇ ਬਾਗ ਵਿੱਚ ਸ਼ਤਾਬਦੀ ਮਨਾਈ ਜਾਏਗੀ। ਸਾਡੇ ਪ੍ਰਚਾਰਕ ਵੀਰਾਂ ਦੇ ਕੋਲੋਂ ਰਿਪੋਰਟਾਂ ਮਿਲ ਰਹੀਆਂ, ਕੋਈ ਕਹਿ ਰਿਹਾ 1 ਬੱਸ, ਕੋਈ 2 ਬੱਸ। ਸਮੁੱਚੇ ਪੰਜਾਬ ਤੋਂ ਸੰਗਤਾਂ ਮੰਗ ਕਰ ਰਹੀਆਂ ਨੇ ਕਿ ਅਸੀਂ 100 ਸਾਲਾ ਸ਼ਤਾਬਦੀ ਤੇ ਗੁਰੂ ਕੇ ਬਾਗ ਵਿੱਚ ਪਹੁੰਚ ਕੇ ਅੰਮ੍ਰਿਤਪਾਨ ਕਰਨਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਜਿਹੜੇ 12 ਸਿੰਘ ਉਹਦੇ ਵਿੱਚ ਸ਼ਹੀਦ ਹੋਏ ਆ। 5605 ਗ੍ਰਿਫਤਾਰੀਆਂ ਹੋਈਆਂ, 1500 ਤੋਂ ਵੱਧ ਸਿੰਘ ਜ਼ਖਮੀ ਹੋਏ। ਸੰਗਤ ਜੀ, ਜਦੋਂ ਰਾਵਲਪਿੰਡੀ ਤੋਂ ਰਿਹਾ ਕੀਤਾ ਗਿਆ ਸਿੰਘਾਂ ਨੂੰ, ਇੱਕ ਟ੍ਰੇਨ ਪਹੁੰਚਦੀ ਹੈ ਇੱਥੇ ਅੰਮ੍ਰਿਤਸਰ ਦੇ ਸਟੇਸ਼ਨ ਤੇ। ਉਹਦੇ ਵਿੱਚੋਂ 500 ਸਿੰਘ ਤੇ ਉਤਰ ਜਾਂਦੇ ਆ, ਪਰ 50 ਸਿੰਘ ਇਹੋ ਜਿਹੇ ਆ ਜਿਨ੍ਹਾਂ ਦੀਆਂ ਜੇਲ੍ਹ ਦੇ ਵਿੱਚ ਕੁੱਟ-ਕੁੱਟ ਕੇ ਲੱਤਾਂ ਤੋੜ ਦਿੱਤੀਆਂ ਸਨ ਜੀ, ਉਹਨਾਂ ਤੋਂ ਉਤਰਿਆ ਨਹੀਂ ਜਾਂਦਾ। ਨਾਲ ਦੇ ਸਿੰਘ ਐਵੇਂ ਆਸਰਾ ਦੇ ਕੇ ਟ੍ਰੇਨ ਵਿੱਚੋਂ ਹੇਠਾਂ ਉਤਾਰਦੇ ਆ, ਪਰ ਸਿੰਘਾਂ ਦੀਆਂ ਲੱਤਾਂ ਭਾਵੇਂ ਟੁੱਟੀਆਂ ਨੇ ਪਰ ਜੋਸ਼ ਅੰਦਰ ਦਾ ਨਹੀਂ ਘਟਿਆ। ਜਿਨ੍ਹਾਂ ਦੀਆਂ ਲੱਤਾਂ ਟੁੱਟੀਆਂ ਨੇ ਉਹ ਵੀ ਜੈਕਾਰੇ ਗਜਾਰੇ ਆ ਕਿ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੰਗਤ ਜੀ, 8 ਅਗਸਤ ਮੇਨ ਸਮਾਗਮ ਹੈ। ਉਸ ਦਿਨ ਸਮੁੱਚੇ ਹੀ ਪੰਜਾਬ ਦੇ ਸਿੰਘ ਸਹਿਬਾਨ, ਪੰਜਾਂ ਤਖਤਾਂ ਦੇ ਜਥੇਦਾਰ, ਸਮੁੱਚੇ ਹੀ ਸੰਤ ਮਹਾਂਪੁਰਖ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜਿੰਨੀਆਂ ਪੰਥ ਦੀਆਂ ਜਥੇਬੰਦੀਆਂ ਨੇ, ਸਾਰਿਆਂ ਨੂੰ ਬੇਨਤੀ ਹੈ ਜੀ, ਆਪ ਜੀ ਆਇਓ ਗੁਰੂ ਕੇ ਬਾਗ ਦੇ ਵਿੱਚ। ਆਪਾਂ ਇਹ ਸ਼ਤਾਬਦੀ ਮਨਾਉਣੀ ਚੜ੍ਹਦੀ ਕਲਾ ਦੇ ਨਾਲ, ਕਿਉਂਕਿ ਪੰਥ ਦੀ ਸਾਂਝੀ ਸ਼ਤਾਬਦੀ ਹੈ ਤੇ ਗੁਰੂ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ 8 ਅਗਸਤ ਵਾਲੇ ਦਿਨ ਸੰਗਤ ਜੀ, ਅਸੀਂ ਮੀਟਿੰਗ ਕਰਨ ਵਾਸਤੇ ਗਏ ਬਾਬਾ ਬੁੱਢਾ ਜੀ ਦੇ ਸਥਾਨ ਰਮਦਾਸ ਦੇ ਵਿੱਚ। ਉਥੋਂ ਦੀਆਂ ਸਭਾ ਸੁਸਾਇਟੀਆਂ ਕਹਿਣ ਲੱਗੀਆਂ ਕਿ 100 ਸਾਲਾ ਸ਼ਤਾਬਦੀ ਹੈ, ਸਿੰਘ ਸਾਹਿਬ ਜੀ ਅਸੀਂ 100 ਟਰਾਲੀਆਂ ਲੈ ਕੇ ਪਹੁੰਚਾਂਗੇ, 100 ਟਰਾਲੀਆਂ। ਸੰਗਤ ਜੀ, ਇੰਨਾ ਉਤਸ਼ਾਹ ਹੈ ਸੰਗਤ ਦੇ ਅੰਦਰ। ਆਓ ਆਪਣੇ ਬਜ਼ੁਰਗਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ 100 ਸਾਲ ਪਹਿਲਾਂ ਆਪਣੇ ਜ਼ਮੀਨਾਂ ਦੀਆਂ ਕੁਰਕੀਆਂ ਕਰਾਈਆਂ, ਜੇਲ੍ਹਾਂ ਕੱਟੀਆਂ, ਸ਼ਹੀਦ ਹੋਏ,
ਅਦਲੀਵਾਲ ਦੀ ਉਹ ਬੀਬੀ ਨਹੀਂ ਭੁੱਲ ਸਕਦੀ, ਬੀਬੀ ਲਾਭ ਕੌਰ, ਜਿਹੜੀ ਭਾਈ ਕਨ੍ਹਈਆ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਸਿਰ ਤੇ ਟਿੰਡ ਪਾਣੀ ਦੀ ਲੈ ਕੇ ਜਾ ਰਹੀ ਸੀ। ਅੰਗਰੇਜ਼ਾਂ ਨੇ ਪਟਕਾ ਕੇ ਧਰਤੀ ਤੇ ਮਾਰੀ, ਉਹ ਬੀਬੀ ਜ਼ਖਮੀ ਹੋ ਗਈ। ਬੀਬੀ ਲਾਭ ਕੌਰ ਅਦਲੀਵਾਲ ਪਿੰਡ ਦੀ। ਕਿੰਨਿਆਂ ਦਾ ਮੈਂ ਨਾਮ ਲਵਾਂ, ਸਮਾਂ ਮੈਨੂੰ ਕਹਿੰਦਾ ਗਿਆਨੀ ਜੀ ਹੋ ਗਿਆ, ਇਸ ਤੋਂ ਅੱਗੇ ਨਾ ਜਾਈਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਹੁਕਮਨਾਮੇ ਦੀ ਲੜੀਵਾਰ ਤੇ ਇਤਿਹਾਸ ਦੀ ਵਿਚਾਰ ਨੂੰ ਸਰਵਣ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੋ। ਚਿਤ ਵਸੈ ਰਾਚੈ ਹਰ ਨਾਏ, ਮੁਕਤ ਭਇਆ ਪਤ ਸਿਉ ਘਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।